ਦਿੰਦਾ, ਚੁੱਕਣ ਨਹੀਂ ਦਿੰਦਾ। ਗੁਰਮੁਖੋ ਜਿਸ ਹਾਲਾਤ 'ਚ ਜੀਵ ਰਹਿ ਰਿਹਾ ਉਹੀ ਹਾਲਾਤ ਕਈ ਵਾਰ ਜੀਵ ਨੂੰ ਵਧੀਆ ਲੱਗਦੇ, ਉਹਨੂੰ ਦੇਖਦੇ ਨਹੀਂ ਗੁਲਾਮੀ ਦੀ ਆਜ਼ਾਦੀ ਕੀ ਹੈ। ਸੋ ਸਤਿਗੁਰੂ ਜੀ ਨੇ ਇਹਨਾਂ ਨੂੰ ਪ੍ਰੇਰਿਤ ਕੀਤਾ। ਖੰਡੇ ਵਾਟੇ ਦਾ ਅੰਮ੍ਰਿਤ ਵੀ ਤਿਆਰ ਹੋ ਰਿਹਾ ਸੀ। ਭਲਾਸੀ ਸੱਜਣ ਪਹਾੜ ਤੇ ਬੈਠੀ ਛਕਣ ਵਾਸਤੇ ਕਲਗੀਧਰ ਜੀ ਕਹਿਣ ਲੱਗੇ ਵੀ ਰਾਜੇ ਨੂੰ ਫਿਰ ਮਨ ਬਣਾਓ, ਅੰਮ੍ਰਿਤ ਛਕੋ, ਤੁਹਾਡੇ ਅੰਦਰ ਡਰ ਸਹਿਮ ਸਾਡਾ ਕੰਮ ਦੂਰ ਕਰਨਾ। ਹਿੰਦੁਸਤਾਨ ਦੇ ਤੁਹਾਨੂੰ ਬਾਦਸ਼ਾਹ ਬਣਾ ਦੇਾਂਗੇ। ਜਿੱਥੇ ਸਤਿਗੁਰੂ ਜੀ ਬਹਾਦਰ ਸ਼ਾਹ ਨੂੰ ਤਖਤ ਦੇ ਸਕਦੇ ਨੇ, ਇੱਥੇ ਪਹਾੜੀ ਰਾਜਿਆਂ ਨੂੰ ਵੀ ਦੇ ਸਕਦੇ ਸੀ, ਪਰ ਬਦਕਿਸਮਤੀ ਇਹਨਾਂ ਦੀ। ਤੇ ਕਲਗੀਧਰ ਪਾਤਸ਼ਾਹ ਜੀ ਨੂੰ ਹੁਣ ਖਹਿੜਾ ਛਡਾਉਣਾ ਇਹਨਾਂ ਨੂੰ ਔਖਾ ਹੋ ਗਿਆ ਸਤਿਗੁਰੂ ਕੋਲੋਂ। ਕਹਿਣ ਲੱਗੇ ਮਹਾਰਾਜ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਆ, ਪਰ ਸਾਡੀ ਸ਼ਰਤ ਆ ਜਿਸ ਬਾਟੇ ਵਿੱਚ ਤੁਸੀਂ ਅੰਮ੍ਰਿਤ ਤਿਆਰ ਕਰਦੇ ਹੋ ਇਹਦੇ ਵਿੱਚ ਬਖਰੇਵਾ ਪਾ ਦਿਓ, ਭਾਵ 2 ਵਾਟੇ ਅੰਮ੍ਰਿਤ ਦੇ ਤਿਆਰ ਕਰੋ, ਸਾਡੇ ਵਾਸਤੇ ਅਲੱਗ, ਸਾਡੀ ਪਰਜਾ ਦੇ ਵਾਸਤੇ ਅਲੱਗ। ਪਤਾ ਇਹਨਾਂ ਨੂੰ ਵੀ ਸਤਿਗੁਰੂ ਜੀ ਨਹੀਂ ਕਰਨ ਲੱਗੇ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੰਧਾਰ ਦੀ ਕਦੇ ਲੰਘਣਾ ਨਹੀਂ, ਇੱਕੋ ਪੰਗਤ, ਇੱਕੋ ਸੰਗਤ, ਇੱਕੋ ਸ਼ਬਦ ਵਰਤ ਰਿਹਾ। ਮਹਾਰਾਜ ਕਹਿੰਦੇ ਇਹ ਕਦੇ ਹੋ ਹੀ ਨਹੀਂ ਸਕਦਾ। ਸੋ ਸਤਿਗੁਰੂ ਜੀ ਦਾ ਕੋਰਾ ਜਵਾਬ ਸੁਣਿਆ। ਗੁਰਮੁਖੋ ਦੇਖੋ ਮਹਾਰਾਜ ਨੇ ਕਿਸੇ ਰਾਜ ਦੀ ਖੁਸ਼ਾਮਦੀ ਵਾਸਤੇ ਫਿਰ ਧਨੀ ਮਹਾਰਾਜ ਨੇ ਗਲਤ ਪਾਈ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਤੋਂ ਕੁਝ ਰਾਜੇ ਬਲੈਕੀ ਲੈ ਕੇ ਕੁਛ ਨੇ ਹੱਲਾ ਬੋਲ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਮੰਡੀ ਵਾਲਾ ਰਾਜਾ ਸਿੱਧ ਸਾਹਿਬ ਦੀਆਂ ਫੌਜਾਂ, ਚੰਬੇ ਦੇ ਰਾਜੇ ਦੀਆਂ ਫੌਜਾਂ ਔਰ ਕਲਗੀਧਰ ਪਾਤਸ਼ਾਹ ਮਹਾਰਾਜ ਸੂਰਬੀਰ ਸਿੰਘਾਂ ਦਾ ਸਰੂਪ ਦੇਖ ਕੇ ਇਹਨਾਂ ਦੇ ਵਿੱਚ ਕੋਈ ਹੀਲਾ ਹੀ ਨਹੀਂ ਬਣਿਆ ਜੰਗ ਕਰਨ ਦਾ। ਸੋ ਇਸੇ ਤਰ੍ਹਾਂ ਵਾਪਸ ਚਲੇ ਗਏ। ਸਤਿਗੁਰੂ ਜੀ ਨੇ ਬੜੀ ਵਿਸਾਖੀ ਚੜ੍ਹਦੀ ਕਲਾ ਨਾਲ ਇਸ ਸਥਾਨ ਤੇ ਮਨਾਈ। ਖਾਲਸੇ ਦੇ ਆਉਣ ਦੇ ਨਾਲ ਦੁੱਗਣੀ ਤੇ ਚੌਗਣੀ ਰੌਣਕ ਰਵਾਲ ਸਰਦੀ ਹੋ ਗਈ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਰੋਜ਼ ਪਹਾੜਾਂ ਦੀ ਸੈਰ ਕਰਦੇ। ਖਾਲਸੇ ਨੂੰ ਰੋਜ਼ ਕਹਿੰਦੇ ਖਾਲਸਾ ਜੀ ਅੱਜ ਫਲਾਣੀ ਚੋਟੀ ਤੇ ਚੜ੍ਹਾਈ ਕਰਨੀ ਆ। ਇਸੇ ਤਰ੍ਹਾਂ ਮਹਾਰਾਜ ਅੱਜ ਖਾਲਸਾ ਫੌਜਾਂ ਦੇ ਸਮੇਤ ਇੱਥੇ ਤੋਂ ਤਕਰੀਬਨ 10 ਕਿਲੋਮੀਟਰ ਤੇ ਗੁਰਮੁਖੋ ਮਾਲਵੀ ਪਰਬਤ ਦਾ ਸਾਹਮਣੇ ਦਿਖਾਈ ਰਿਹਾ ਵੱਡਾ ਸਾਰਾ ਪੱਥਰ ਬਣਿਆ। ਉੱਤੇ ਦੁਆਪਰ ਯੁੱਗ ਦੀ ਗੁਫਾ, ਇੱਕ ਕੁੰਤੀਸਰ ਸਰੋਵਰ, ਇੱਕ ਨੈਣਾ ਮਾਤਾ ਟੈਂਪਲ ਬਣਿਆ ਹੋਇਆ ਉਸ ਪਹਾੜੀ ਤੇ। ਸਤਿਗੁਰੂ ਜੀ ਗਏ, ਬਾਦਸ਼ਾਹ ਨੇ ਬਾਕੀ ਸਿੰਘ ਦਾ ਰਸਤੇ ਵਿੱਚ ਰੋਕ ਤੇ ਕੇਵਲ 5 ਸਿੰਘ ਮਹਾਰਾਜ ਜੀ ਦੇ ਨਾਲ ਨੇ। ਭਾਈ ਦਇਆ ਸਿੰਘ, ਆਲਮ ਸਿੰਘ, ਭਾਈ ਧਿਆਨ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਬੰਦੂਕ ਜੀ। ਇਸੇ ਤਰ੍ਹਾਂ ਸਤਿਗੁਰੂ ਜੀ ਬਿਲਕੁਲ ਸਿਖਰਲੀ ਚੋਟੀ ਤੇ ਮਹਾਰਾਜ ਨੇ ਘੋੜਾ ਵੀ ਥੱਲੇ ਖੜਾ ਦਿੱਤਾ। ਐ ਲਾਸਟ ਵਾਲੀ ਚੋਟੀ ਤੇ ਪਹੁੰਚ ਕੇ ਰਹੇ। ਕਿਸੇ ਪਿਆਰੇ ਦੀ ਉਡੀਕ ਵਿੱਚ ਨੇ। ਉਸ ਸਮੇਂ ਇੱਕ ਸੂਖਸ਼ਮ ਸਰੂਪ ਦੇ ਵਿੱਚ ਰੂਹ ਮਹਾਰਾਜ ਵੱਲ ਦੌੜ ਕੇ ਆਈ ਆ। ਬੜੀ ਕਾਹਲੀ ਦੇ ਨਾਲ ਆਉਂਦਾ, ਇਹ ਡੰਡੋਤਾ ਕਰਦਾ। ਸਤਿਗੁਰੂ ਇਸ ਨੂੰ ਵਰਜਦੇ ਨੇ, ਰੋਕਦੇ ਨੇ ਵੀ ਭਾਈ ਤੂੰ ਕੌਣ ਹੈ, ਤੇਰਾ ਨਾਂ ਕੀ ਹੈ, ਸਾਨੂੰ ਕੀ ਮੱਥੇ ਟੇਕ ਰਿਹਾ ਹੈ। ਅੱਗੋਂ ਆਖਦਾ ਜੀ ਪੁੱਛਦੇ ਦਾਤਾਰ ਪਿਤਾ ਜੀ ਏਦਾਂ ਹੈ ਜਿੱਦਾਂ ਤੁਸੀਂ ਮੈਨੂੰ ਜਾਣਦੇ ਨਾ ਹੋ, ਫਿਰ ਵੀ ਮੈਂ ਆਪ ਜੀ ਦੇ ਸਿੱਖਾਂ ਦੇ ਨਾਲ ਜੋ ਆਏ ਨੇ ਉਹਨਾਂ ਦੀ ਗਿਆਤ ਵਾਸਤੇ ਦੱਸ ਰਿਹਾ ਵੀ ਮਹਾਰਾਜ ਮੈਂ ਰਹਿਬਾ ਦਾ ਪੁੱਤਰ ਆ, ਮੇਰਾ ਨਾਂ ਰਵਾਲ ਹੈ, ਵੀ ਮੈਂ ਕਦੀਲਾ ਜਾਤੀ ਦਾ ਨਾਗ ਸੀ। ਸਤਿਗੁਰੂ ਇਸ ਧਰਤੀ ਤੇ ਬੜਾ ਤਪ ਕੀਤਾ ਹੈ, ਆਪਣੀ ਮਾਤਾ ਰਹਿਬਾ ਦਾ ਬਚਨ ਮੰਨ ਕੇ। ਇੰਨੀ ਭਾਰੀ ਤਾਂ ਦਿਖਿਆ, ਪਹਿਲਾਂ ਗੁਫਾ ਦੇ ਵਿੱਚ ਫਿਰਿਆ, ਸਰੋਵਰ ਦੇ ਥੱਲੇ ਬੈਠ ਕੇ ਕਰੀ। ਆਖਰ ਤਪ ਕਰਦਿਆਂ ਹੋਇਆ ਬ੍ਰਹਮਾ ਜੀ ਪ੍ਰਗਟ ਹੋਏ। ਉਹਨਾਂ ਨੇ ਮੈਨੂੰ ਪੁੱਛਿਆ ਹੈ ਰੇਵਾ ਤੇ ਨੰਦਨ ਇੰਨੀ ਭਾਰੀ ਤਾਂ ਦਿਖਿਆ ਤਪ ਕਰ ਰਿਹਾ, ਕੀ ਖਾਸ ਚਾਹਤ ਮਨ ਦੀ ਦੱਸ। ਕਹਿਣ ਲੱਗਾ ਜੀ ਮੈਨੂੰ ਰਾਜ ਦੇ ਸੁੱਖ ਚਾਹੀਦੇ ਨੇ, ਭਾਵ ਰਾਜ ਭਾਗ ਰਿਆਸਤ ਚਾਹੀਦੀ ਹੈ, ਰਾਜ ਵਡਿਆਈ ਚਾਹੀਦੀ ਹੈ। ਤਥਾ ਅਸਤੂ ਹੋ ਗਿਆ ਬ੍ਰਹਮਾ ਜੀ ਵੱਲੋਂ। ਗੁਰਮੁਖੋ ਇਸ ਨੂੰ ਪਹਾੜੀ ਇਲਾਕੇ ਦਾ ਰਾਜਾ ਬਣਾ ਦਿੱਤਾ। ਇੱਧਰ ਬੰਦੀ ਤੱਕ ਦਾ ਸਾਰਾ ਇਲਾਕਾ ਰਵਾਲ ਨੂੰ ਦੇ ਦਿੱਤਾ। ਰਵਾਲ ਆਪ ਨਾਗ ਅਤੇ ਇਸ ਦੀ ਜਿਹੜੀ ਸੈਨ ਆ ਉਹ ਭਜੰਗ ਦਾ ਗੁਰਮੁਖੋ ਸੱਪ ਦਾ। ਇਸ ਧਰਤੀ ਤੇ ਕਾਫੀ ਸਮਾਂ ਸੱਪਾਂ ਨਾਗਾਂ ਨੇ ਰਾਜ ਕੀਤਾ। ਰਾਜ ਕਰਦੇ ਆ ਛੋਟੇ ਹੋਰ ਪਹਾੜੀ ਇਲਾਕੇ ਜਿੱਤ ਲਏ। ਆਖਰ ਇਸ ਦਾ ਮੁਕਾਬਲਾ ਯਕਸ਼ ਜਾਤੀ ਦੇ ਨਾਲ ਹੋਇਆ। ਇਹ ਰਾਖਸ਼ਾਂ ਵਿੱਚੋਂ ਨੇ। ਜੱਖਾਂ ਦੇ ਸੈਨਾਪਤੀ ਸ਼ਰਤ ਧਾਰ ਲਏ, ਇਸ ਦੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਹਨੇ ਇੱਕ ਅਜਿਹਾ ਹੱਲਾ ਬੋਲ ਹਮਲਾ ਹੋਇਆ ਜਿਹਦੇ ਵਿੱਚ ਰਵਾਲ ਵੀ ਖਤਮ ਕਰਤਾ ਹੈ, ਕੋਈ ਜੱਗ ਸੈਨਾ ਸੀ ਇਸ ਦੀ ਭਜਾਗੋ ਵੀ ਖਤਮ ਕਰਦੇ। ਜੋ ਕੁਛ ਬਚੇ ਉਹਨਾਂ ਨੇ ਸਰੋਵਰ ਦੇ ਵਿੱਚ ਪਨਾਹ ਲਈ। ਉਸ ਉਪਰੰਤ ਕਲਗੀਧਰ ਪਾਤਸ਼ਾਹ ਨੂੰ ਕਹਿਣ ਲੱਗਾ ਸਤਿਗੁਰੂ ਜੀ ਜਿਸ ਸਥਾਨ ਤੇ ਮੇਰਾ ਤਪ ਸੀ ਉਸੇ ਸਥਾਨ ਤੇ ਮੇਰਾ ਵੱਧ ਹੋਇਆ, ਇਸ ਕਰਕੇ ਇਸ ਤੀਰਥ ਦਾ ਨਾਮ ਬ੍ਰਹਮਾ ਜੀ ਦੇ ਪ੍ਰਤਾਪ ਔਰ ਮੇਰੇ ਤਪ ਹੋਣ ਕਰਕੇ ਰਵਾਲ ਸਰ ਹੋਇਆ। ਗੁਰਮੁਖੋ ਆਪ ਜੀ ਦੀ ਗਿਆਤ ਵਾਸਤੇ ਦੱਸ ਦਈਏ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪਣੇ ਸਵਈਆਂ 'ਚ ਲਿਖਦੇ ਨੇ ਨਾਰਦ ਸੇ ਚੁਤਰਾਨਨ ਸੇ ਰੁਮਨਾਰਕ ਸੇ ਸਭ ਹੋ ਮਿਲ ਗਾਇਓ। ਨਾਰਦ ਤੋਂ ਲੈ ਕੇ 4 ਮੁਖ ਵਾਲੇ ਬ੍ਰਹਮਾ ਤੇ ਲੋਮ ਸਰੀਖੀ ਨੇ ਬੇਅੰਤ ਆਖਿਆ ਅਕਾਲ ਪੁਰਖ ਵਾਹਿਗੁਰੂ ਜੀ ਨੂੰ। ਇਸੇ ਧਰਤੀ ਦੇ ਉੱਤੇ ਲੋਮ ਸਰੀਖੀ ਜੀ ਆਏ ਸਭ ਤੋਂ ਪਹਿਲਾਂ। ਸਕੰਦ ਪੁਰਾਣ ਗ੍ਰੰਥ ਦੇ ਵਿੱਚ ਲਿਖਿਆ ਵੀ ਇਸ ਥਾਂ ਤੇ ਭਾਰੀ ਤਪ ਕੀਤਾ। ਇੰਦਰ ਪਦਵੀ ਦੀ ਚਾਹਤ ਨਹੀਂ ਸੀ, ਪਰ ਫਿਰ ਵੀ ਇੰਦਰ ਨੇ ਪਛੜਾ ਵਗੈਰਾ ਭੇਜੀਆਂ, ਨਾ ਚਿੱਤ ਲਵਾਇਮਾਨ ਹੋਇਆ। ਛਿੜ
पार्वती ने स्थान से अपने दर्शन करते हुक्म होया बाबा लोगों से ते नगर बंधो नगर बंधया गुरमुख इसका नाम हरदेश्वर रखिया हरि दा है। उस तो बाद रवाल कहता भी पातशाह तप दे वध होने करके भूमि का नाम मेरे नाम ते रवाल सर होया। सतगुरु जी आप जी का बहुत बड़ा भारा अवतार नेह कलंक अवतार प्रगट होना है, जिसनों सतगुरु ने आप अपनी दसम ग्रंथ की बाणी च लिखिया पाप सबो बनासन को कल की अवतार कहावेंगे पल भाग पे आए संभल के हरजू हरमंदर आवेंगे। सो कह लगा सतगुरु जी जदों तक नेह कलंक आप जी का अवतार प्रगट नहीं हुंदा मैं इसे स्थान ते बैठ के तप करांगा, उस समय तक जिहड़ी मेरी गिणती आ भजंग दी करोड़ हो जानी है। गुरमुखों नूं पंजाब दे लोग अक्सर सप्पा नागा वाला सरोवर आखदे क्योंकि रवाल दी फौज इत्थे कोई सूक्ष्म स्वरूप जां कोई स्थूल शरीर तप कर रही है। कहण लगा पर सतगुरु जी जग छोड़ पहला भावें स्थूल मंडल के परताले च जंग हुंदा सी हुण सूक्ष्म मंडल परताले च जंग बदल गया है। हुण इह सूक्ष्म स्वरूप विच भी इस थां ते रहण नहीं दिंदे। कृपा करो मैं आप जी की शरण विच गुरमुखो ये भूत भविख का ज्ञाता हो गया सी रवाल तप कर करके इसनूं आउण वाले समय की बात सब को पता है जो 100 साखी दे साखी नंबर 41 दे विच पुरातन विच दर्ज है, पर उस समय उसकी बोली होर लिखी हुई है आम मनुख उसनूं समझ नहीं सकता। सो सतगुरु पातशाह नूं कहण लगा महाराज कृपा करो यक्षां ने बड़ा तंग कीता होया। कलगीधर महाराज जी उस समय 20 रस चाहुंदे ने कमान चकी आ तंदी नूं कंध तक खिंच के केवल टंकार ही कीती पर्वत कंब के पहाड़ियां बोल उठियां। उस समय शब्द धार नेत्र लाल शरीर ते जिन्नियां जटावां रोम सतगुर दे सन्मुख आके बेनती कीती महाराज आप अन्याय कर रहे हो, साडा भी पक्ष सुनो असीं भी तां आप जी दे चरनां दे सेवक दास हां, जिस तरह तुसीं आखोगे असीं मन्नांगे। पर महाराज रवाल भी किसी किस्म का घाटा नहीं करता सदा वाधा ही पाउंदा है। जिथे साडा नित दा जंग हुंदा है कदे इस धरती नूं ही जितदे ने कदे असीं जितदे हां। सतगुरु जी कहण लगे भाई तुसीं पहलां तां दवैक छड्डो मनां दे विच फिर तुसीं तप वेखो किस दा तप ज़्यादा है उस धरती का हकदार है। रवाल इत्थे बहुत युग तप करिया इस धरती का रवाल हकदार रवाल राजा भी रहा तानूं भी असीं जगह मुहैया करावांगे। कहण लगा सतगुरु जी 10,000 जग सैना साडे कोल है हुक्म करो तां रंगे दा मलिया वेट कर दीए। कलगीधर पातशाह जी ने जो वचन कहे सो साखी दे विच भी दर्ज ने होर अलौकिक महावाका दी लड़ी विच भी दर्ज ने। सतगुरु कहण लगे भी साडी देही कलयुग दे अंदर मनुख दी तरह वरतनी है, सानू किसी प्रकार दा शक्ति विखाउण दा ना ही खालसे दी भी मनुख दी तरह ही वरतना है। ਇਹਦੇ ਵਿੱਚ भी कोई अत कथन ही नहीं, ना ही सतगुरु ने ना ही सतगुरु जी के खालसे ने किसी प्रकार की शक्ति विखाई है, केवल कला ते हुनर ही विखाया जंगा योद्धा दे विच। सो सतगुरु महाराज जी नूं कहण लगे भी तेरी सेवा भी आउण वाले समय च लई जावेगी, पर असीं एक संदेश साडा कबीर दे कोल ले जावीं, कबीर दे कोल तेरा वासा होगा जदों इस थां ते मुड़ के नहीं वेखना। अरवाल ने भी सीस नवाया, कबीर इन्हां दे शब्दधार ने भी सीस नवाया, गलवकड़ी भी पवाई, मेल मिलाप भी सतगुरु जी ने करवाया दोनों का। अरवाल ने महाराज जी नूं भरोसा जताया सतगुरु आप जी की नगरी सुरक्षित रखांगा, किसी प्रकार का वाधा नहीं इस स्थान ते करांगा, शाह तरह के तप करांगा। तो गुरमुखों 100 साखियां के अनुसार इस स्थान ते भारी तप हो रहा, पहला भी तप भूमि है सारी यही। इसी तरह सतगुरु जी सारी विचार करके 100 साखी दी महाराज थले आए। इस एक चंबे की राजकुमारी है जिसका नाम इतिहास दे विच पतवंती आउंदा है। ये बहुत सुंदर कविता रचदी है। अक्सर इनू भी पता भी गुरु कलगीधर स्वामी जी भी बहुत बड़े कवि ने, क्योंकि इसने पौड़ा साहब जो सतगुरु का कवि दरबार लगता इसने सुनिया सी, कई बार उत्थे जाण की भी इच्छा प्रगटाई है, पर नदान उम्र हाले ब्याही नहीं कुआरी रहण दा मन दे अंदर संकल्प है। मन विराग ते ज्ञान ने भी घर कर लिया, मन संसार तो प्राण है। सो उसके मन च सवाल उठदा भी जिस गुरु नूं जीवन का लक्ष्य सौंपना पहला उस गुरु की परीक्षा दा कर लईए, किड्डे क वड्डे कवि ने। सो इसलिए हौसला जिहा रख के अपने पिता तो आग्ञा मंगी भी पिता जी मैं कलगीधर स्वामी जी नूं खत लिखना है, जे आप जी आग्ञा दिओ। पिता सोचदा भी एडे बड़े गुरु पीर मेरी बच्ची छोटी जी कित्थे मुकाबला सतगुर दा, पर फिर भी अपनी धी नूं आग्ञा दे दी। इसने एक खत लिखिया कलगीधर पातशाह नूं अपनी सहेलियां नूं सिखा दिता भी खत दा जिहड़ा जवाब कविता रूप विच लिख के आउणा, उत्तर ने जिहड़े प्रश्न
ਜਦੋਂ ਆ ਕੇ ਇਹਨਾਂ ਨੇ ਦਾਸੀਆਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਖਤ ਦਿੱਤਾ। ਖਤ ਦੀ ਬਾਤ ਦੱਸਿਆ ਤੇ ਸਤਿਗੁਰੂ ਜੀ ਖਤ ਪੜ੍ਹਦੇ ਨੇ। ਇਸ ਦੇ ਜੋ ਸਵਾਲ ਲਿਖੇ, ਬਚਨ ਸਾਰਾ ਪਾਉਣਾ ਦੂਜਾ ਗਾਉਣਾ, ਨਰ ਨਾਰੀ ਤੇ ਦੋਨੋਂ ਪਾਉਣਾ, ਕੁਛ ਖਾਧਾ ਕੁਛ ਲੈ ਕੇ ਸੌਣਾ, ਦਿਓ ਉੱਤਰ ਗੁਰੂ ਜੀ ਕੌਣਾ। ਕਹਿਣ ਲੱਗੀ ਦੱਸੋ ਖਾ ਗੁਰੂ ਜੀ ਇਹ ਸਾਰਾ ਕੌਣ ਹੈ? ਸਾਰੇ ਤੋਂ ਭਾਵ ਸੰਪੂਰਨ। ਪਾਉਣਾ ਕੌਣ ਹੈ? ਦੂਜਾ ਗਾਉਣਾ ਕੀ ਹੈ? ਨਰ ਤੇ ਨਾਰੀ ਕਿਉਂ ਪਾਉਂਦੇ ਨੇ? ਕੀ ਖਾਣਾ ਹੈ? ਕੀ ਲੈ ਕੇ ਸੌਣਾ ਹੈ? ਸਤਿਗੁਰੂ ਜੀ ਇਹਨਾਂ ਗੱਲਾਂ ਦਾ ਮੈਨੂੰ ਜਵਾਬ ਦਿਓ। ਗੁਰਮੁਖੋ ਇਹ ਗੱਲਾਂ ਹੁਣ ਹੈ ਅੰਦਰਲੀ ਖੇਡ ਤੇ ਉੱਤਰ ਵੀ ਕਵਿਤਾ ਰੂਪ ਵਿੱਚ ਮੰਗਦੀ ਹੈ। ਤੇ ਸਤਿਗੁਰੂ ਜੀ ਇਸ ਦਾ ਜਵਾਬ ਲਿਖਦੇ ਨੇ, ਜਾਣੋ ਸਾਰਾ ਦੇਵ ਦੇਹ, ਪਾਉਣਾ ਮਾਨਸ ਦੇਹ, ਦੁਬਦਾ ਦੂਜੀ ਕਰੀ ਗਵੜ, ਨਰ ਨਾਰੀ ਲਗ ਹੋਏ ਖੇਹ, ਉੱਪੇ ਲੋਕ ਪਾਉਂਦਾ ਫਿਰੇ, ਕੁਛ ਖਾਧਾ ਖਰਚ ਜੋ ਮਾਲ, ਪਰ ਲੋ ਭਈ ਤੂੰ ਸੋਣਾ ਹੁਆ ਉੱਤਰ ਤੁਮਰਾ ਵਾਲ। ਇਹ ਬਾਲਕਾ ਹੈ ਰਾਜਕੁਮਾਰੀ, ਜਿਹੜਾ ਦੇਹ ਦੇ ਵਿੱਚ ਆਤਮਾ ਹੈ, ਦੇਵਤਾ ਹੈ, ਜਿਸ ਨੂੰ ਅਸੀਂ ਆਤਮਾ ਕਹਿੰਦੇ, ਸਤਿਗੁਰੂ ਜੀ ਕਹਿੰਦੇ ਸੰਪੂਰਨ ਹੈ। ਕਿਉਂ ਸੰਪੂਰਨ? ਗੁਰਮੁਖੋ ਨਾ ਆਤਮਾ ਜੰਮਦਾ ਨਾ ਮਰਦਾ ਹੈ, ਹਰਖ ਸੋ ਗਰੀਬੀ ਮੀਰੀ ਦੁੱਖ ਸੁੱਖ ਸਾਡੇ ਸਰੀਰ ਦੇ ਨਾਲ ਨੇ, ਨਾ ਕਿ ਆਤਮਾ ਦੇ ਨਾਲ। ਆਤਮਾ ਸੰਪੂਰਨ ਹੈ। ਫਿਰ ਪੁੱਛਦੀ ਹੈ ਸਤਿਗੁਰੂ ਜੀ ਪਾਉਣਾ, ਸਤਿਗੁਰੂ ਜੀ ਕਹਿੰਦੇ ਮਨੁੱਖ ਦੇ ਹੀ ਪਾਉਣੀ ਹੈ, ਕਿਉਂਕਿ ਆਤਮਾ ਹੀ ਕੰਮ ਕਰਦਾ ਹੀ ਹੈ, ਸਰੀਰ ਚੋਂ ਆਤਮਾ ਕੱਢਦੀ ਹੈ, ਇਸ ਦਾ ਕੋਈ ਕੰਮ ਨਹੀਂ। ਪੰਜਾਂ ਤੱਤਾਂ 'ਚ ਮਿਲ ਜਾਂਦਾ ਇਹਦੇ ਹੀ। ਫਿਰ ਦੂਜਾ ਗਾਉਣਾ, ਸੰਸਾਰ 'ਚ ਦੂਜਾ ਗਾਉਣਾ ਭਾਵ ਇੱਕ ਦੂਸਰੇ ਲਈ। ਗੁਰਮੁਖੋ ਦੂਜਾ ਗਾਉਣਾ ਦੁਬਦਾ ਹੈ, ਭਰਮ ਜੀਵਾਂ ਦੇ ਅੰਦਰ ਹੋਰਸ ਦਾ ਪਿਆਰ ਹੈ, ਬਾਸ਼ਨਾ ਵਧੇ ਜਨਮ ਲੈ ਰਹੇ ਨੇ। ਫਿਰ ਮਹਾਰਾਜ ਨੂੰ ਪੁੱਛਦੀ ਦੀ ਕੀ ਖਾਣਾ ਹੈ? ਸਤਿਗੁਰੂ ਜੀ ਕਹਿੰਦੇ ਉੱਭੇ ਲੋਕ ਪਾਉਂਦਾ ਫਿਰੇ, ਫਿਰ ਵੀ ਕੁਛ ਨਾ ਕੁਛ ਜੀਵ ਦਾ ਲੋਕਾਂ ਪਰਲੋਕਾਂ ਦੇ ਵਿੱਚ ਬਚ ਗਿਆ ਹੁੰਦਾ ਖਾਣ ਵਾਸਤੇ, ਫਿਰ ਮਾਤ ਲੋਕ ਦੀ ਧਰਤੀ ਤੇ ਆਉਂਦਾ। ਪੂਰਬਲੇ ਕਰਮ ਖਾਣੇ ਨੇ। ਮਹਾਰਾਜ ਨੂੰ ਪੁੱਛਿਆ ਕੀ ਲੈ ਕੇ ਸੌਣਾ? ਸਤਿਗੁਰੂ ਜੀ ਕਹਿੰਦੇ ਪਰਲੋ ਭਈ ਤੂੰ ਸੌਣਾ ਹੋਗਾ ਉੱਤਰ ਤੁਮਰਾ ਬਾਲ। ਇਹ ਬਾਲਕਾ ਜਦੋਂ ਸਰੀਰ ਬਿਨਸ ਜਾਂਦਾ ਉਦੋਂ ਜੀਵ ਆਪਣੇ ਸੰਚਿਤ ਕਰਮ ਲੈ ਕੇ ਸੌ ਜਾਂਦਾ ਹੈ। ਸੋ ਸਤਿਗੁਰੂ ਜੀ ਦਾ ਜਦੋਂ ਜਵਾਬ ਸੁਣਿਆ ਇਸ ਨੇ ਬੜੀ ਪ੍ਰਸੰਨ ਹੋਈ। ਪਹਿਲਾਂ ਕੇਵਲ ਕਵੀ ਦਾ ਦਰਜਾ ਰੱਖਦੀ ਹੈ, ਹੁਣ ਸਤਿਗੁਰੂ ਪਰਮੇਸ਼ਰ ਜਾਣ ਕੇ ਜੋ ਭਾਈ ਵੀਰ ਸਿੰਘ ਜੀ ਨੇ ਕਲਗੀਧਰ ਚਮਤਕਾਰ ਵਿੱਚ ਲਿਖਿਆ, ਇਸ ਨੇ ਇੱਕੋ ਚੰਦ ਲੈਣਾ ਸਤਿਗੁਰੂ ਜੀ ਲਈ ਲਿਖਿਆ, ਨਕਸ਼ਾ ਖਿੱਚਣ ਹਾਰਿਆ ਕਿਆ ਨਕਸ਼ਾ ਵਾਇਆ ਈ, ਇਸ ਬਿੰਗ ਤਣੇਗੇ ਨਕਸ਼ੇ ਵਿੱਚ ਕਿਉਂ ਸਾਨੂੰ ਪਾਇਆ ਈ। ਤੇ ਕਲਗੀਧਰ ਸਤਿਗੁਰੂ ਜੀ ਲਿਖਦੇ ਨੇ ਨਕਸ਼ਾ ਖਿੱਚਣ ਹਾਰ ਨੇ ਕਿਆ ਨਕਸ਼ਾ ਵਾਇਆ ਏ, ਇਸ ਬਿੰਗ ਤੜਿੰਗੇ ਨਕਸ਼ੇ ਵਿੱਚ ਰੰਗ ਗੈਰਤ ਦਾ ਪਾਇਆ ਏ। ਕਿਤੇ ਨਾ ਕਿਤੇ ਦੁਬਦਾ ਜ਼ਰੂਰ ਪਾਈ ਹੈ। ਭਰਮ ਆਵਾਗਣ ਸੰਸਾਰ ਨੂੰ ਕਰਨ ਵਾਸਤੇ ਪਰਮੇਸ਼ਰ ਜੀ ਨੇ ਇਹਦੀ ਰਚਨਾ ਹੈ। ਸੋ ਬੜੀ ਪ੍ਰਸੰਨ ਹੋਈ, ਬੜੀ ਭਾਰੀ ਮਨ ਦੇ ਵਿੱਚ ਕਾਂਖਾ ਰੱਖ ਕੇ ਸਤਿਗੁਰਾਂ ਦੇ ਦਰਸ਼ਨ ਦੀ ਔਰ ਜੀਵਨ ਦਾ ਲਕਸ਼ ਲੈ ਕੇ ਇਹ ਵੀ ਆਪਣੀਆਂ ਸਾਥਣਾਂ ਦੇ ਸਮੇਤ ਨਿਰਅਭਿਮਾਨ ਹੋ ਕੇ ਦਾਸੀਆਂ ਵਾਲਾ ਸਰੂਪ ਧਾਰਨ ਕਰਕੇ ਆਈ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਤਖਤ ਤੇ ਬੈਠੇ ਨੇ, ਸਤਿਗੁਰਾਂ ਦੇ ਸੁੰਦਰ ਸਰੂਪ ਦੇ ਇਸਨੇ ਦਰਸ਼ਨ ਕੀਤੇ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਕਿਉਂਕਿ ਪਹਿਲੀ ਵਾਰ ਕਿਸੇ ਦੇ ਅੱਗੇ ਸਾਹਮਣੇ ਸੇ ਕਰਕੇ ਜਾਣਾ ਗੁਰਮੁਖੋ ਪਹਿਲੀ ਅਵਸਥਾ ਦੇ ਵਿੱਚ ਜੀਵਨ ਦੀ ਚ ਬੜਾ ਔਖਾ ਹੈ। ਸੋ ਪਹਿਲੀ ਅਵਸਥਾ ਵਿੱਚ ਹੀ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦਾ ਇੰਨਾ ਅਸਰ ਹੋਇਆ ਵੀ ਸਿਰ ਨਹੀਂ ਚੁੱਕ ਰਹੀ, ਨੱਕ ਮਸਤਕ ਹੋ ਰਹੀ ਹੈ। ਤੇ ਕਲਗੀਧਰ ਪਾਤਸ਼ਾਹ ਦੇ ਹੱਥ ਵਿੱਚ ਕਮਾਨ ਆ, ਕਮਾਨ ਦੇ ਨਾਲ ਸਤਿਗੁਰੂ ਜੀ ਨੇ ਇਸ ਦੀ ਕਮਰ ਦੇ ਉੱਤੇ ਰੱਖਦਿਆਂ ਫਿਰ ਚੁੱਕ ਲਿਆ। ਇਸ ਨੂੰ ਅਸ਼ੀਰਵਾਦ ਦਿੱਤਾ ਹੈ ਸ਼ਸਤਰ ਦੇ ਨਾਲ। ਪਰ ਇੰਨੀ ਹੁਸ਼ਿਆਰ ਬੁੱਧੀ ਇਹ ਚਿਤਰਨੀ ਜਾਤੀ ਵਿੱਚੋਂ ਆ ਤੇ ਕਹਿਣ ਲੱਗੀ ਸਤਿਗੁਰੂ ਆਪ ਜੀ ਨੇ ਮੈਨੂੰ ਆਪਣੇ ਦਸਤ ਕਮਲਾ ਹੱਥਾਂ ਦੇ ਨਾਲ ਨਹੀਂ ਅਸ਼ੀਰਵਾਦ ਦਿੱਤਾ, ਕੇਵਲ ਇੱਕ ਤਰ੍ਹਾਂ ਦਾ ਸ਼ਸਤਰ ਵਿਖਾਇਆ। ਇਸ ਦੇ ਕਹਿਣ ਦਾ ਭਾਵ ਕਿਸੇ ਨੂੰ ਸ਼ਸਤਰ ਵਿਖਾ ਦੀ ਗੁਰਮੁਖ ਚੜ ਜਾਂਦਾ। ਸੋ ਸਤਿਗੁਰੂ ਜੀ ਕਹਿਣ ਲੱਗੇ ਬਾਲਕਾ ਅਸੀਂ ਤੈਨੂੰ ਆਪਣਾ ਜਾਣ ਕੇ ਸਤਿਕਾਰ ਤੇਰਾ ਸ਼ਸਤਰ ਦੇ ਨਾਲ ਕੀਤਾ, ਕਿਉਂਕਿ ਤੁਸੀਂ ਛਤਰੀ ਹੋ, ਰਾਜਪੂਤ ਹੋ। ਸਾਡੇ ਸ਼ਸਤਰ ਵੀ ਛਤਰੀ ਨੇ, ਆਏ ਦੀ ਸ਼ਰਨ ਪਾਲਕ ਨੇ, ਲੱਜ ਪੱਤਾ ਰੱਖਣ ਵਾਲੇ ਨੇ। ਭਾਈ ਸੰਤੋਖ ਸਿੰਘ ਜੀ ਨੇ ਤੇ ਛੋਟੀ ਜਿਹੀ ਐਗਜ਼ਾਮਪਲ ਦਿੰਦੇ ਆਖਿਆ ਹੈ ਸੂਚ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਕਹਿਣ ਲੱਗੇ ਨੇ ਵੀ ਜਿਹੜੇ ਬਿੱਲੀ ਦੇ ਦੰਦ ਚੂਹਿਆਂ ਵਾਸਤੇ ਸ਼ਾਮ ਚ ਲਿਆ ਦਿੰਦੇ ਨੇ, ਪਰ ਉਹੀ ਦੰਦਾਂ ਦੇ ਨਾਲ ਆਪਣੇ ਬੱਚਿਆਂ ਨੂੰ ਪਾਲਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਸਾਡੇ ਸ਼ਸਤਰ ਵੀ ਉਹਨਾਂ ਦੀ ਨਿਆਈ ਨੇ, ਬੈਰੀਆਂ ਵਾਸਤੇ ਕਾਲ ਰੂਪ ਨੇ, ਪਰ ਸਿੱਖਾਂ ਸੇਵਕਾਂ ਪਿਆਰਿਆਂ ਦੇ ਲਈ ਪਾਲਣਹਾਰ ਨੇ। ਸਤਿਗੁਰੂ ਜੀ ਨੂੰ ਕਹਿਣ ਲੱਗੀ ਮਹਾਰਾਜ ਚਰਾਂ ਤੋਂ ਵਿਛੜੀ ਹੋਈ ਆਈ ਆ, ਕਿਰਪਾ ਕਰੋ ਹੁਣ ਇਸ ਜੀਵਨ ਦੇ ਵਿੱਚ ਇਹ ਲਕਸ਼ ਨੂੰ ਸੰਪੂਰਨ ਕਰੋ, ਮਨੁੱਖਾ ਜਨਮ ਦੀ ਸਫਲਤਾ ਬਖਸ਼ੋ। ਗੁਰਮੁਖੋ ਇਸ ਤੋਂ ਅਨੁਪਾਤ ਲਾਇਆ ਜਾ ਸਕਦਾ ਅੰਦਰ ਕਿੰਨਾ ਵਿਰਾਗ ਸਤਿਗੁਰੂ ਜੀ ਦੇ ਲਈ ਹੋ ਸਕਦਾ ਇਸ ਜੀਵ ਦੇ ਅੰਦਰ, ਜਿਸ ਨੂੰ ਆਪਣੇ ਜੀਵਨ ਦਾ ਲਕਸ਼ ਦਾ ਪਤਾ ਲੱਗ ਜਾਵੇ ਅਸੀਂ ਸੰਸਾਰ ਤੇ ਆਏ ਕਿਸ ਕਾਰਜ ਵਾਸਤੇ।
ਸਾਡੀ ਮਨੋਰਥ ਕੀ ਆ, ਮੰਜ਼ਿਲ ਕੀ ਆ, ਇਹ ਕਿਸੇ ਬਿਰਲੇ ਨੂੰ ਪ੍ਰਾਪਤ ਹੁੰਦੀ ਆ। ਮੰਜ਼ਿਲ ਹੀ ਨਹੀਂ ਪਤਾ ਪਹਿਲਾਂ ਤਾਂ ਸਾਡੀ ਕੀ ਹੈ। ਸੋ ਇਸ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਬਾਲਕਾ ਜੀ ਇੱਕ ਜਨਮ ਹੋਰ ਪਿਆ। ਕਹਿਣ ਲੱਗੀ, ਮਹਾਰਾਜ ਡਰ ਗਈ ਹੈ ਵੀ ਕਿਹੋ ਜਿਹਾ ਸਮਾਂ ਆਵੇਗਾ, ਕਿਹੋ ਜਿਹਾ ਪਰਿਵਾਰ ਆਵੇਗਾ, ਕਿਹੋ ਜਿਹੀ ਰੰਗਣ ਹੋਵੇਗੀ ਉਸ ਸਮੇਂ ਦੀ। ਸਤਿਗੁਰੂ ਜੀ ਕਹਿਣ ਲੱਗੇ ਵੀ ਬਾਲਕਾ, ਮਾਲਵੇ ਦੇਸ਼ ਦੀ ਧਰਤੀ ਹੈ, ਭਾਈ ਡੱਲੇ ਬਰਾੜਾ ਦਾ ਘਰ ਹੈ, ਜਿਸ ਖਾਨਦਾਨ ਦੇ ਵਿੱਚੋਂ ਤੇਰਾ ਜਨਮ ਹੋਣਾ ਹੈ। ਗੁਰਸਿੱਖੀ ਦੀ ਰੰਗਣ ਚ ਰੰਗਿਆ ਹੋਵੇਗਾ ਪਰਿਵਾਰ ਸਾਰਾ ਹੀ। ਉਸ ਸਮੇਂ ਅਸੀਂ ਤੈਨੂੰ ਪੌਲ ਛਕਾਵਾਂਗੇ। ਗੁਰਮੁਖੋ, ਸਤਿਗੁਰੂ ਜੀ ਚੌਥੇ ਤਖਤ ਵੱਲ ਇਸ਼ਾਰਾ ਕਰ ਰਹੇ, ਸ੍ਰੀ ਦਮਦਮਾ ਸਾਹਿਬ ਦੀ ਧਰਤੀ ਵੱਲ। ਸੋ ਜਿੰਨਾ ਕੁ ਸਵਾਸ ਦੇ ਇਤਿਹਾਸਕਾਰਾਂ ਨੇ 1 ਜਾਂ 2 ਸਾਲ ਲਿਖੇ ਨੇ, ਜਵਾਨੀ ਦੀ ਉਮਰ ਕੀ ਮਿੰਟ ਬਸ ਹੋ ਕੇ ਉਹ ਫਿਰ ਡੱਲੇ ਬਰਾੜ ਦੇ ਘਰੇ ਜਾ ਕੇ ਉਸਦਾ ਜਨਮ ਹੋਇਆ। ਸਤਿਗੁਰ ਸਿੱਖਾਂ ਨੂੰ ਸਤਿਗੁਰੂ ਜੀ ਨੇ ਭਾਈ ਡੱਲੇ ਨੂੰ ਖਾਤਮ ਹੋ ਕੇ ਕਿਹਾ ਵੀ ਡੱਲਿਆ, ਤੇਰਾ ਇਸ ਤੇ ਸੰਬੰਧ ਧੀ ਦਾ, ਪਰ ਸਾਡਾ ਸੰਬੰਧ ਇਸ ਦਾ ਪਿਛਲਾ ਚੱਲਿਆ ਆ ਰਿਹਾ। ਸੋ ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਤੋਂ ਜਪ ਸੰਜਮ ਦੀ ਵਿਧੀ ਗੁਰਮਤਿ ਦਾ ਉਪਦੇਸ਼ ਲੈ ਕੇ ਇਸ ਨੇ ਜਿੰਨੇ ਕਿ ਸਵਾਸਾਂ ਦਾ ਗੁਰਮਰਿਆਦਾ ਦੇ ਅਨੁਸਾਰ ਪੂਰਨ ਨਿਰਵਾਹ ਕੀਤਾ। ਸਤਿਗੁਰੂ ਜੀ 1 ਮਹੀਨਾ 2 ਦਿਨ ਸਥਾਨ ਤੇ ਰਹੇ, ਬੇਅੰਤ ਗੁਰਸਿੱਖਾਂ ਨੂੰ ਨਿਹਾਲ ਕੀਤਾ, ਇਸ ਧਰਤੀ ਨੂੰ ਭਾਗ ਲਾਏ। ਵਾਪਸ ਅਨੰਦਪੁਰ ਸਾਹਿਬ ਨੂੰ ਚਾਲਾ ਮਾਰਨਾ ਸੀ। ਕਿਸੇ ਨੇ ਜਾ ਕੇ ਸਿੱਧ ਸੈਨ ਕੋਲ ਖਬਰ ਕੀਤੀ। ਰਾਜਾ ਗੁਰੂ ਪਾਤਸ਼ਾਹ ਲਈ ਅਥਾਹ ਵਿਰਾਗ ਰੱਖਦਾ ਸੀ। ਬੇਨਤੀ ਕੀਤੀ ਸਨੇਵਰ ਭਾਵ ਦੇ ਨਾਲ, ਸਤਿਗੁਰੂ ਜੀ ਕਿਰਪਾ ਕਰੋ, ਆਪ ਜੀ ਆਏ, ਹੁਣ ਮੇਰੀ ਮੰਡੀ 'ਚ ਵੀ ਆਪ ਪਵਿੱਤਰ ਚਰਨ ਪਾਓ। ਸਤਿਗੁਰੂ ਜੀ ਨੇ ਸੱਦਾ ਪੱਤਰ ਸਵੀਕਾਰ ਕਰ ਲਿਆ। ਬੜੀ ਜਲਦੀ ਤੇ ਨਾਲ ਹੀ ਇੱਕ ਸੋਨਾ ਚਾਂਦੀ ਦੀ ਪਾਲਕੀ ਤਿਆਰ ਕਰਵਾਈ, ਜਿਹਦੇ ਵਿੱਚ ਸਤਿਗੁਰੂ ਜੀ ਨੂੰ ਬਿਰਾਜਮਾਨ ਕੀਤਾ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਇਸ ਦੇ ਪੁੱਤਰਾਂ ਨੇ ਆਪ ਪਾਲਕੀ ਜਦੋਂ ਮੋਢੇ ਤੇ ਚੁੱਕਣ ਲੱਗੇ ਬਿਰਾਜਮਾਨ ਕਰਕੇ, ਤੇ ਕਲਗੀਧਰ ਪਾਤਸ਼ਾਹ ਜੀ ਨੇ ਕੌਤਕ ਵਰਤਾਇਆ। ਗੁਰਮੁਖੋ ਸਵਾ ਗਿੱਠ ਪਾਲਕੀ ਉੱਪਰ ਕਰ ਦਿੱਤੀ ਮੋਢਿਆਂ ਤੇ। ਜੋਰ ਵਾਲਸਰ ਸਾਹਿਬ ਤੋਂ ਲੈ ਕੇ ਮੰਡੀ ਸਥਾਨਾਂ ਤੱਕ ਸਵਾ ਗਿੱਠ ਪਾਲਕੀ ਇਸੇ ਤਰ੍ਹਾਂ ਹੀ ਮੋਢੇ ਤੋਂ ਉੱਪਰ ਜਾਂਦੀ ਰਹੀ। ਇੱਕ ਅਲੌਕਿਕ ਨਜ਼ਾਰਾ ਸੀ। ਸੋ ਸਤਿਗੁਰੂ ਜੀ 2 ਦਿਨ ਰਾਜੇ ਦੇ ਮਹਿਲਾਂ ਵਿੱਚ ਰਹੇ, ਜਿੱਥੇ ਮਹਾਰਾਜ ਦੀ ਪਾਲਕੀ ਸਾਹਿਬ, ਛੋਟਾ ਖੰਡਾ ਸਾਹਿਬ, ਸ੍ਰੀ ਸਾਹਿਬ, ਪੋਥੀ ਸਾਹਿਬ ਰਾਜੇ ਦੇ ਕੋਲ ਹੈ ਸਮੇਂ ਵੀ। ਇਸੇ ਤੋਂ ਬਾਅਦ ਸਤਿਗੁਰੂ ਜੀ ਕਹਿਣ ਲੱਗੇ ਵੀ ਰਾਜਨ ਸੰਗਤ ਦਾ ਕਾਫੀ ਆਮਦ ਦਾ ਵਾਧਾ ਹੋ ਰਿਹਾ ਹੈ, ਇਹਨੂੰ ਵੀ ਰੋਜ਼ ਦੀ ਪਰੇਸ਼ਾਨੀ ਹੈ, ਤਾਂ ਸਾਡਾ ਵਾਸਾ ਕਿਸੇ ਇਕਾਂਤ ਸਥਾਨ ਤੇ ਕਰਵਾਇਆ ਜਾਵੇ। ਸਤਿਗੁਰੂ ਜੀ ਨੂੰ ਬਾਹਰ ਪੱਟਣ ਦੇ ਇਲਾਕੇ ਦੇ ਵਿੱਚ ਰਾਜਾ ਸਿੱਧ ਸੈਨ ਲੈ ਗਿਆ, ਜਿੱਥੇ ਧਰਤੀ ਦੀ ਖੁਸ਼ਬੂ ਪਹਿਲੀ ਗੁਰਸਿੱਖਾਂ ਦੀ ਆਉਂਦੀ ਸੀ। ਭਾਈ ਸਾਵਣ ਮਲ ਤੇ ਭਾਈ ਕਲਿਆਣਾ ਜੀ ਜਿਸ ਸਥਾਨ ਤੇ ਆ ਕੇ ਗੁਰੂ ਅਮਰਦਾਸ ਜੀ ਦੇ ਭੇਜੇ ਗੁਰਸਿੱਖ ਲੱਕੜੀ ਦਾ ਵਪਾਰ ਕਰਦੇ ਸੀ ਉਸ ਧਰਤੀ ਤੇ ਸਤਿਗੁਰੂ ਜੀ ਨੇ ਵੀ ਉਸੇ ਧਰਤੀ ਨੂੰ ਪਸੰਦ ਕਰਕੇ ਉੱਥੇ ਵਾਸਾ ਕੀਤਾ, ਜਿੱਥੇ ਆਪ ਜੀ ਦਰਸ਼ਨ ਕਰਕੇ ਆਏ ਹੋ। 6 ਮਹੀਨੇ 18 ਦਿਨ ਸਤਿਗੁਰੂ ਜੀ ਉਸ ਥਾਂ ਤੇ ਵਾਸਾ ਕਰਦੇ ਨੇ। ਵਾਪਸ ਗੁਰੂ ਕੋਠਾ ਹੋ ਕੇ ਅਨੰਦਪੁਰ ਸਾਹਿਬ ਪਹੁੰਚਦੇ ਨੇ। ਇਸੇ ਤਰ੍ਹਾਂ ਗੁਰਮੁਖੋਂ ਬਾਕੀ ਦੀ ਸੇਵਾ ਇਹਨਾਂ ਦੀ 5ਵੀਂ ਪੀੜ੍ਹੀ ਤੇ ਰਾਜੇ ਜੋਗਿੰਦਰ ਸਿੰਘ ਨੇ ਬੜੀ ਕਿਰਪਾ ਦੇ ਨਾਲ ਕਲਗੀਧਰ ਪਾਤਸ਼ਾਹ ਦੀ ਔਰ ਆਪਣੀ ਰਾਣੀ ਬੀਬੀ ਅਮਰਤਾ ਕੌਰ ਦੀ ਪ੍ਰੇਰਨਾ ਦੇ ਨਾਲ 3 ਦਰਬਾਰ ਬਣਾਏ, ਮੰਡੀ, ਰਵਾਲਸਰ, ਗੁਰੂ ਕੋਠਾ ਸਾਹਿਬ। ਪਰ ਦੋਨਾਂ ਦੀ ਬਿਲਡਿੰਗ ਦੀ ਹਾਲਤ ਖਸਤਾ ਹੋਣ ਕਾਰਨ ਮਹਾਂਪੁਰਸ਼ਾਂ ਨੂੰ ਬਿਲਡਿੰਗ ਬਦਲਣੀਆਂ ਪਈਆਂ। ਗੁਰੂ ਕੋਠਾ 84 ਦੇ ਵੇਲੇ ਹੱਲਾ ਬੋਲ ਹੋ ਗਿਆ, ਉੱਤੇ ਸਾੜ ਦਿੱਤੀ ਸੀ। ਸੋ ਇਸੇ ਤਰ੍ਹਾਂ ਮਹਾਂਪੁਰਸ਼ਾਂ ਨੂੰ ਦੁਬਾਰਾ 3 ਮੰਜ਼ਿਲਾ ਸਥਾਨ ਬਣਾਇਆ। ਰਵਾਲਸਰ ਸਾਹਿਬ ਦੀ ਦੇਖੋ ਉਸੇ ਤਰ੍ਹਾਂ ਕਿਵੇਂ ਸੰਗਤਾਂ ਦੇ ਸਹਿਯੋਗ ਨਾਲ 84 ਤੋਂ ਸੱਚਖੰਡ ਵਾਸੀ ਬਾਬਾ ਲਾਭ ਸਿੰਘ ਜੀ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਵਾਲਿਆਂ ਦੀ ਚੜਾਈ ਹੋਈ ਸੰਪਰਦਾ ਮਹਾਂਪੁਰਖ ਸੰਤ ਬਾਬਾ ਸੁੱਚਾ ਸਿੰਘ ਦੀ ਸੰਗਤਾਂ ਦੇ ਸਹਿਯੋਗ ਨਾਲ ਸੇਵਾਵਾਂ ਨਿਭਾ ਰਹੇ ਨੇ। ਸੋ ਸਰਵਤਰ ਸੰਗਤਾਂ ਦਾ ਦਿਲ ਧੰਨਵਾਦ। ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਠਾਨਕੋਟ ਧੰਨਵਾਦ। ਕਿਰਪਾ ਕਰਨ ਸੰਗਤ ਯਾਤਰਾ ਸਫਲ ਤੇ ਪਟਾਵਾ ਬਿਆੰਤ ਕੱਪੇ ਦਾ ਪ੍ਰਵਾਨ 2 ਲੰਗਰ ਤਪ ਦੇ ਡੇਰੇ ਵਾਦੇ ਚੜ੍ਹਦੀ ਕਲਾ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।